ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸ੍ਰੀ ਜਾਪ ਸਾਹਿਬ ਜੀ ਦੀ ਸੰਥਿਆ 9ਵਾਂ ਛੰਦ ਆਰੰਭ ਹੋ ਰਿਹਾ ਹੈ। ਭਾਵ 87ਵੀਂ ਪੌੜੀ ਤੋਂ ਸੰਥਿਆ ਆਰੰਭ ਹੋ ਰਹੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਾਪ ਸਾਹਿਬ ਅੰਮ੍ਰਿਤ ਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਪ੍ਰਭੂ ਜੀ ਦੀ ਮਹਿਮਾ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਉਚਾਰਨ ਕੀਤੀ ਹੈ। ਖਾਲਸੇ ਦੇ ਪੁੱਛਣ ਤੋਂ ਕਿ ਮਹਾਰਾਜੇ ਆਪ ਜੀ ਨੇ ਬਾਣੀ ਕਿੱਥੇ ਉਚਾਰਨ ਕੀਤੀ, ਤਾਂ ਗਰੀਬ ਨਵਾਜ ਸਾਹਿਬ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਹ ਬਾਣੀ ਅਸੀਂ ਜਿਵੇਂ ਪਹਿਲੇ ਸਰੂਪ ਦੇ ਵਿੱਚ ਵੇਈ ਨਦੀ ਵਿੱਚ ਪ੍ਰਵੇਸ਼ ਕਰਕੇ ਸੁਲਤਾਨਪੁਰ ਸਾਹਿਬ ਤੋਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਸੋਦਾਰ ਉਚਾਰਨ ਕੀਤਾ। ਇਸੇ ਤਰ੍ਹਾਂ ਇਹ ਜਾਪ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਤੋਂ ਤਪ ਕਰਦਿਆਂ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਸੱਚਖੰਡ ਪਹੁੰਚੇ ਤਾਂ ਉਸ ਵੇਲੇ ਪ੍ਰਭੂ ਦੇ ਸਨਮੁਖ ਸਭ ਤੋਂ ਪਹਿਲਾਂ ਇਹ ਉਸਤਤੀ ਰੂਪ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਜਿਵੇਂ ਪ੍ਰਗਟ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਇਹ ਜਾਪ ਸਾਹਿਬ ਫੇਰ ਉਚਾਰਨ ਕੀਤਾ। ਔਰ ਇਹ ਐਸੀ ਅੰਮ੍ਰਿਤਮਈ ਬਾਣੀ ਕਲਗੀਧਰ ਪਾਤਸ਼ਾਹ ਜੀ ਦੀ ਜਿਸ ਵਿੱਚ ਵਾਰ-ਵਾਰ ਵਾਹਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਆਪਾਂ 9ਵਾਂ ਛੰਦ ਆਰੰਭ ਕਰਦੇ ਹਾਂ ਜੀ। ਵਾਹਿਗੁਰੂ ਜੀ ਮੱਧ ਭਾਰ ਛੰਦ ਤਵੈ ਪ੍ਰਸਾਦ। ਇਹ ਧੱਦਾ ਹੈ, ਇਸ ਕਰਕੇ ਮੱਧ ਭਾਰ ਛੰਦ ਥੋੜਾ ਜਿਹਾ ਕੱਸ ਕੇ ਬੋਲਣਾ। ਮੱਧ ਭਾਰ ਛੰਦ ਤਵੈ ਪ੍ਰਸਾਦ। ਗੁਣ ਗਾਨ ਉਦਾਰ ਮਹਿਮਾ ਅਪਾਰ। ਗੁਣ ਨੰਨੇ ਨਾਲ, ਗਾਨ ਇਹ ਵੀ ਨੰਨੇ ਨਾਲ ਹੈ ਤੇ ਪੋਲੇ ਜਿਹੇ ਉਚਾਰਨ ਕਰਨੇ। ਗੁਣ ਗਾਨ ਉਦਾਰ, ਜ਼ਿਆਦਾ ਗੁਣ ਗਨ ਨਹੀਂ ਕਹਿਣਾ, ਟਿੱਪੀਆਂ ਨਹੀਂ ਲਾ ਦੇਣੀਆਂ ਤੇ ਗੁਣ ਗਣ ਨਾਣਾ ਵੀ ਨਹੀਂ ਲਾਉਣਾ। ਪੋਲਾ ਉਚਾਰਨ ਕਰਨਾ ਤੇ ਨੰਨੇ ਦਾ ਉਚਾਰਨ ਕਰਨਾ। ਗੁਣ ਗਾਨ ਉਦਾਰ, ਇਹ ਵੀ ਉਦਾਰ ਦੱਦੇ ਨਾਲ ਕਹਿਣਾ, ਉਧਾਰ ਨਹੀਂ ਕਹਿਣਾ, ਧੱਦਾ ਨਹੀਂ ਲਾ ਦੇਣਾ। ਧਿਆਨ ਰੱਖਣਾ, ਕਿਉਂਕਿ ਦੱਦਾ ਪੋਲਾ ਬੋਲਿਆ ਜਾਂਦਾ, ਧੱਦਾ ਭਾਰਾ ਬੋਲਿਆ ਜਾਂਦਾ। ਉਦਾਰ ਦਾ ਤੇ ਉਧਾਰ ਦਾ ਅਰਥਾਂ ਦਾ ਵੀ ਫਰਕ ਹੈ। ਇਸ ਕਰਕੇ ਇੱਥੇ ਆ ਗੁਣ ਗਾਨ ਉਦਾਰ, ਉਦਾਰ ਪੋਲਾ। ਮਹਿਮਾ ਅਪਾਰ, ਅਪਾਰ ਪੱਪੇ ਨੂੰ ਕੰਨਾ ਹੈ, ਐੜੇ ਨੂੰ ਕੰਨਾ ਨਹੀਂ ਹੈ, ਇਸ ਕਰਕੇ ਇਹਨੂੰ ਕਹਿਣਾ ਅਪਾਰ। ਮਹਿਮਾ ਅਪਾਰ ਆਸਨ ਅਭੰਗ। ਆਸਨ ਨੰਨੇ ਨਾਲ ਕਹਿਣਾ। ਆਸਨ ਅਭੰਗ ਉਪਮਾ ਅਨੰਗ, ਇਹ ਵੀ ਅਨੰਗ ਨੰਨੇ ਨਾਲ। ਉਪਮਾ ਅਨੰਗ ਅਨੁਭਵ ਪ੍ਰਕਾਸ਼। ਅਨੁਭਵ ਇਸ ਤਰੀਕੇ ਨਾਲ। ਪ੍ਰਕਾਸ਼ ਨਿਸ ਦਿਨ ਅਨਾਸ। ਨਿਸ ਦਿਨ ਅਨਾਸ ਆ ਜਾਨ
ਬਾਹੁ। ਇਹ ਨੰਨੇ ਨਾਲ ਪਾਠ ਹੈ। ਆ ਜਾਨ, ਨੰਨਾ ਪਿੱਛੇ ਥੋੜਾ ਜਿਹਾ ਘੁੱਟ ਕੇ ਬੋਲਣਾ। ਆ ਜਾਨ ਬਾਹੁ। ਕੰਨੇ ਨੂੰ ਲੰਮਾ ਕਰਕੇ ਹਾਹੇ ਨੂੰ ਔਂਕੜ ਜਿਹੜਾ ਹੈ ਇਹ ਪੋਲਾ ਜਿਹਾ। ਬਾਹੁ। ਆ ਜਾਨ ਬਾਹੁ। ਸਾਹਾਨ ਸਾਹੁ। ਇਹ ਵੀ ਸੱਸੇ ਕੰਨਾ ਲਾਉਣਾ। ਸਾਹਾਨ ਪਿੱਛੇ ਨੰਨਾ ਹੈ। ਸਾਹਾਨ ਸਾਹੁ। ਇਹਨੂੰ ਹਾਹੇ ਔਂਕੜ ਦੇ ਸਹਿਤ ਬੋਲਣਾ। ਸਾਹੁ। ਸਿੱਧਾ ਸਾਹੋ ਨਹੀਂ ਕਹਿ ਦੇਣਾ, ਫਿਰ ਹਾਏ ਤੇ ਝੋੜਾ ਲੱਗ ਜਾਂਦਾ। ਕੰਨੇ ਨੂੰ ਲੰਮਾ ਕਰਕੇ ਔਂਕੜ ਨੂੰ ਪੋਲਾ ਜਿਹਾ। ਸਾਹੁ। ਰਾਜਾਨ ਰਾਜ। ਇਹ ਵੀ ਸਿੱਧਾ ਰਜਾਨ ਨਹੀਂ ਕਹਿਣਾ, ਰਾਰੇ ਨੂੰ ਕੰਨਾ ਲਾ ਕੇ। ਰਾਜਾਨ ਰਾਜ। ਭਾਨਾਨ ਭਾਨ। ਭੱਬੇ ਕੰਨਾ ਨੰਨੇ ਕੰਨਾ ਫਿਰ ਨੰਨਾ। ਭਾਨਾਨ ਭਾਨ। ਦੇਵਾਨ ਦੇਵ। ਉਪਮਾ ਮਹਾਨ। ਮਹਾਨ ਨੰਨਾ। ਇੰਦਰਾਨ ਇੰਦਰ। ਬਾਲਾਨ ਬਾਲ। ਇਹ ਬੱਬੇ ਕੰਨਾ ਲੱਲੇ ਕੰਨਾ ਫਿਰ ਨੰਨਾ। ਬਾਲਾਨ ਬਾਲ। ਰੰਕਾਨ ਰੰਕ। ਕਾਲਾਨ ਕਾਲ। ਅਨਭੂਤ ਅੰਗ। ਆਭਾ ਅਭੰਗ। ਗਤ ਮਿਤ ਅਪਾਰ। ਗੁਣ ਗਨ ਉਦਾਰ। ਹਾਂਜੀ, ਗਤ ਮਿਤ ਅਪਾਰ। ਗੁਣ ਗਨ ਉਦਾਰ। ਗੁਣ ਵੀ ਪੋਲਾ ਬੋਲਣਾ, ਗਨ ਇਹ ਵੀ ਪੋਲਾ। ਔਰ ਨੰਨੇ ਦੇ ਨਾਲ ਹੀ ਆ ਦੋਵੇਂ ਪਾਠ। ਗੁਣ ਗਨ ਉਦਾਰ। ਉਦਾਰ ਵੀ ਪੋਲਾ ਦੱਦੇ ਨਾਲ। ਮੁਨ ਗਨ ਪ੍ਰਣਾਮ। ਨਿਰਭੈ ਨਿਕਾਮ। ਮੁਨ ਗਨ ਦੋਵੇਂ ਨੰਨੇ ਨਾਲ ਪਾਠ ਪੋਲੇ ਜੇ ਬੋਲਣੇ ਆ। ਮੁਨ ਗਨ ਪ੍ਰਣਾਮ। ਪੱਪੇ ਦੇ ਚਰਨਾਂ 'ਚ ਅੱਧਾ ਰਾਰਾ। ਪ੍ਰਣਾਮ। ਨਿਰਭੈ ਨਿਕਾਮ। ਇਹ ਨਿਕਾਮ ਨੰਨੇ ਨੂੰ ਸਿਹਾਰੀ ਨਾਲ। ਅਤ ਦੁੱਤ ਪ੍ਰਚੰਡ। ਮਿਤ ਗਤ ਅਖੰਡ। ਆਲਿਸੈ ਕਰਮ। ਇਹ ਸੱਸੇ ਨੂੰ ਦਲਾਵਾਂ ਦੇ ਨਾਲ ਹੀ ਪਾਠ ਬੋਲਿਆ ਜਾਂਦਾ ਹੈ। ਜੋ ਸੱਸਾ ਤੇ ਯਈਆ ਹੈ ਨਾ ਅੱਧਾ, ਇਹ ਆਲਿਸੈ ਇਸ ਤਰ੍ਹਾਂ। ਆਲਿਸੈ ਕਰਮ। ਆਦ੍ਰਿਸੈ ਧਰਮ। ਆਲਿਸੈ ਕਰਮ। ਆਦ੍ਰਿਸੈ ਧਰਮ। ਸਰਬਾ ਪ੍ਰਣਾਢੈ। ਇਹ ਸਰਬਾ ਪੋਲਾ ਬੋਲਣਾ, ਪ੍ਰਣਾਢੈ ਇਹ ਢੱਡਾ ਹੈ, ਇਸ ਕਰਕੇ ਥੋੜ੍ਹਾ ਜਿਹਾ ਕੱਸ ਕੇ ਬੋਲਣਾ ਇਹਨੂੰ ਵੀ ਢੱਡੇ ਦੀ ਆਵਾਜ਼ ਆ ਜਾਵੇ। ਢੱਡੇ ਨੂੰ ਦੁਲਾਵਾਂ ਨਾਲ ਹੀ ਬੋਲਣਾ। ਪ੍ਰਣਾਢੈ, ਕਿਉਂਕਿ ਜੇ ਸਿੱਧਾ ਪ੍ਰਣਾਢੈ ਕਹਿ ਦਈਏ ਤਾਂ ਫਿਰ ਡੱਡਾ ਤੇ ਜਈਆ ਲੱਗ ਜਾਂਦਾ ਹੈ, ਫਿਰ ਡੈ ਬਣ ਜਾਂਦਾ। ਇਹ ਢੱਡਾ ਜਿਹੜਾ ਥੋੜ੍ਹਾ ਜਿਹਾ ਕੱਸ ਕੇ ਬੋਲਿਆ ਜਾਵੇਗਾ। ਪ੍ਰਣਾਢੈ। ਸਰਬਾ ਪ੍ਰਣਾਢੈ। ਜੋ ਢੱਡੇ ਦੇ ਪਿੱਛੇ ਜਈਆ ਹੈ, ਇਹ ਢੱਡੇ ਨੂੰ ਦੁਲਾਵਾਂ ਹੀ ਬਣ ਜਾਂਦੀਆਂ। ਜਿਵੇਂ ਆਉਂਦਾ ਹੈ ਦੈ ਗੁਸਾਈ ਮੀਤਲਾ, ਉਸੇ ਦੱਦਾ ਤੇ ਯਈਆ ਹੈ, ਉੱਥੇ ਵੀ ਦੈ ਬੋਲਿਆ ਜਾਂਦਾ। ਇਸੇ ਤਰ੍ਹਾਂ ਇੱਥੇ ਢੱਡਾ ਤੇ ਯਈਆ ਹੈ, ਇਹਨੂੰ ਪ੍ਰਣਾਢੈ ਇਸ ਤਰ੍ਹਾਂ, ਕਿਉਂਕਿ ਢੈ ਨਹੀਂ ਕਵਾਂਗੇ ਇੱਥੇ। ਅੱਧੀ ਡੱਡੇ ਦੀ ਆਵਾਜ਼ ਵਿੱਚ ਤੇ ਅੱਧਾ ਢੱਡਾ, ਇਸ ਤਰੀਕੇ ਨਾਲ ਆਵਾਜ਼ ਆਵੇਗੀ। ਜਿਵੇਂ ਕਈਆਂ ਥਾਵਾਂ 'ਤੇ ਉਹ ਧੱਦੇ ਦੀ ਪੂਰੀ ਆਵਾਜ਼ ਨਹੀਂ, ਉੱਥੇ ਅੱਧਾ ਦੱਦੇ ਦੀ ਆਵਾਜ਼ ਆ ਜਾਂਦੀ ਹੈ। ਉੱਥੇ ਜਿਵੇਂ ਕਈ ਪਾਠ ਆਉਂਦੇ ਹਨ, ਫਿਰ ਉਹ ਧੱਦਾ ਜਿਹੜਾ ਹੈ ਉਹ ਇਸ ਤਰੀਕੇ ਨਾਲ ਬੋਲਿਆ ਜਾਂਦਾ ਹੈ, ਅੱਧਾ ਵਿੱਚ ਦੱਦੇ ਦੀ ਆਵਾਜ਼ ਵੀ ਆਉਂਦੀ ਹੈ। ਸਾਧ ਜਿਵੇਂ ਆਖੀਏ ਸਾਧ, ਹੁਣ ਉਸ ਤਰ੍ਹਾਂ ਜੇ ਪੂਰਾ ਧੱਦਾ ਬੋਲਣਾ ਫਿਰ ਤੇ ਧੈ ਧ
ਇਸ ਤਰ੍ਹਾਂ ਦੀ ਆਵਾਜ਼ ਹੈ ਧੱਦੇ ਦੀ। ਇੱਥੇ ਬੋਲਿਆ ਜਾਵੇਗਾ ਪ੍ਰਣਾਢੈ, ਇਸ ਤਰ੍ਹਾਂ ਭਾਰਾ ਕਰਕੇ। ਅਨਡੰਡ ਬਾਢੈ, ਸਰਬਾ ਪ੍ਰਣਾਢੈ, ਅਨਡੰਡ ਬਾਢੈ। ਇੱਥੋਂ ਤੀਕ ਇਹ ਨਾਵਾਂ ਛੰਦ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਔਰ ਗੁਰੂ ਕਾ ਖਾਲਸਾ ਜੀ, ਗੁਰੂ ਕੀ ਸੰਗਤ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਸਤਿਗੁਰੂ ਜੀ ਸਮੱਤ ਬਖਸ਼ ਕਰਕੇ ਆਪਣੀ ਅੰਮ੍ਰਿਤ ਬਾਣੀ ਦੀ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਹੀ ਸਾਨੂੰ ਸੰਥਿਆ ਬਖਸ਼ਿਸ਼ ਕਰਨ। ਅਸੀਂ ਸੁੱਧ ਸਪਸ਼ਟ ਗੁਰੂ ਕੀ ਬਾਣੀ ਦਾ ਜਾਪ ਕਰ ਸਕੀਏ। ਸਤਿਗੁਰੂ ਜੀ ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।